ਪੰਜਾਬੀ ਰੇਡੀਓ ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1515। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਕਵਰਡ ਕੈਲੀਫੋਰਨੀਆ ਦੇ ਨਾਲ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵੀ ਮੀਂਹ ਤਾਂ ਰੁਕ ਗਿਆ, ਪਰ ਹਿਮਾਚਲ ਦੇ ਵਿੱਚੋਂ ਹੜ੍ਹਾਂ ਦਾ ਖਤਰਾ ਬਹੁਤ ਆ ਕਿ ਉੱਧਰੋਂ ਪਾਣੀ ਆ ਸਕਦਾ। ਬਿਲਕੁਲ ਜੀ, ਪਾਣੀ ਕੰਟੀਨਿਊਸ ਜਿਹੜਾ ਜੀ ਉਹ ਆ ਰਿਹਾ। ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਜਿਹੜੇ ਆ ਉਹ ਖੁੱਲਣ ਦੇ ਆਸਾਰ ਨੇ। ਤਸੱਲੀ ਦੇਣ ਵਾਲੀ ਖਬਰ ਹੈ ਕਿ ਟੈਂਪਰੇਰੀ ਤੌਰ ਦੇ ਉੱਤੇ ਜਿਹੜਾ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਬਣਿਆ ਬਿਆਸ ਦਰਿਆ ਦੇ ਉੱਤੇ ਪੌਂਗ ਡੈਮ ਹੈ, ਉਹਦੇ ਚੋਂ ਵਾਧੂ ਪਾਣੀ ਛੱਡਣ ਦਾ ਪ੍ਰੋਗਰਾਮ ਜਿਹੜਾ ਉਹ ਮੁਲਤਵੀ ਆ। ਇਹ ਕੈਂਸਲ ਨਹੀਂ ਕੀਤਾ ਗਿਆ, ਇਹ ਟੈਂਪਰੇਰੀ ਤੌਰ ਦੇ ਉੱਤੇ ਜਿਹੜਾ ਜੀ ਉਹ ਰੋਕਿਆ ਗਿਆ। ਇਹਦੇ ਨਾਲ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਵਸਦੇ ਨੀਵੇਂ ਇਲਾਕਿਆਂ ਦੇ ਜਿਹੜੇ ਲੋਕ ਆ ਜੀ ਉਹਨਾਂ ਨੇ ਸੁੱਖ ਦਾ ਸਾਹ ਲਿਆ। ਜਿਹੜਾ ਮੰਡ ਏਰੀਆ ਹੈ, ਜਿਹੜਾ ਸੁਲਤਾਨਪੁਰ ਲੋਧੀ ਤੇ ਨਾਲ ਲਗਵਾਂ ਏਰੀਆ ਪੈਂਦਾ, ਸਤਲੁਜ ਤੇ ਬਿਆਸ ਦੇ ਸੰਨ ਵਾਲਾ ਏਰੀਆ, ਇੱਥੇ 16 ਪਿੰਡ ਨੇ ਜਿਨ੍ਹਾਂ ਨੂੰ ਖਾਲੀ ਕਰਵਾਇਆ ਗਿਆ। ਇਹ ਪਾਣੀ ਦਾ ਜਿਹੜਾ ਜੀ ਖਤਰੇ ਦੇ ਵਜੋਂ ਇੱਥੇ ਪਾਣੀ ਜਿਹੜਾ ਜੀ ਉਹ ਪਹੁੰਚ ਸਕਦਾ, ਕਿਉਂਕਿ ਇਹ ਟੈਂਪਰੇਰੀ ਰਿਲੀਫ ਆ। ਮੀਂਹ ਬੇਸ਼ੱਕ ਜਿਹੜਾ ਜੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹਟ ਗਿਆ, ਪਰ ਪਾਣੀ ਜਿਹੜਾ ਜੀ ਉਹ ਕੰਟੀਨਿਊਸ ਆ ਰਿਹਾ। ਔਰ ਪੌਂਗ ਡੈਮ ਜਿਹੜਾ ਜੀ ਉਹ ਨੱਕੋ ਨੱਕ ਭਰਿਆ ਪਿਆ, ਛੱਡਣਾ ਕਿਸੇ ਸਮੇਂ ਵੀ ਉੱਥੋਂ ਜਿਹੜਾ ਜੀ ਉਹ ਪੈ ਸਕਦਾ ਹੈ ਜੇ ਉੱਤੋਂ ਪਾਣੀ ਜਿਹੜਾ ਜੀ ਉਹ ਬੰਦ ਨਾ ਹੋਇਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਜਿਹੜਾ ਮੀਂਹ ਘਟਣ ਕਰਕੇ ਪਾਣੀ ਦੀ ਆਮਦ ਜਿਹੜੀ ਹੈ ਜੀ ਉਹ ਘਟੀ ਹੈ। ਔਰ ਜਿਹੜਾ ਪਹੁੰਚ ਗਿਆ ਐਨ ਐਗਜ਼ੈਕਟ ਜਿਹੜਾ 1390 ਫੁੱਟ ਜਿਹੜਾ ਜੀ ਖਤਰੇ ਦਾ ਨਿਸ਼ਾਨ ਹੈ, ਉੱਥੋਂ ਤੱਕ ਜਿਹੜਾ ਜੀ ਉਹ ਪਹੁੰਚਿਆ ਹੋਇਆ ਪਾਣੀ। ਪਰ ਉਮੀਦ ਹੈ ਜੀ ਤੇ ਸੁੱਖ ਸ਼ਾਂਤੀ ਜਿਹੜੀ ਹੈ ਜੀ ਉਹ ਰਹੂਗੀ। ਜੇ ਆਪਾਂ ਬਾਕੀ ਏਰੀਆਜ਼ ਦੀ ਜਿਹੜੀ ਗੱਲ ਕਰੀਏ ਤੇ ਜਿਹੜੇ ਅੰਮ੍ਰਿਤਸਰ ਦੇ ਨਾਲ ਲੱਗਵੇਂ ਏਰੀਆਜ਼ ਨੇ, ਉੱਥੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਫਸਲਾਂ ਦਾ ਬਹੁਤ ਨੁਕਸਾਨ ਹੋਇਆ। ਨੁਕਸਾਨ ਸਾਰੇ ਜਗ੍ਹਾ ਹੀ ਪੰਜਾਬ ਦੇ ਵਿੱਚ ਜਿਹੜਾ ਜੀ ਹੋਇਆ। ਕਰੀਬ ਜਿਹੜੀ ਸਟਾਰਟਿੰਗ ਦੇ ਵਿੱਚ ਜਿਹੜੀ ਗੱਲ ਦੱਸੀ ਜਾ ਰਹੀ ਆ, ਕੋਈ 20% ਜਿਹੜੀਆਂ ਫਸਲਾਂ ਨੇ ਉਹ ਕੰਪਲੀਟ ਖਤਮ ਹੋ ਗਈਆਂ ਜੀ, ਕੰਪਲੀਟ ਤਬਾਹ ਹੋ ਗਈਆਂ। ਝੋਨੇ ਦੀ ਫਸਲ ਇਹਦੇ ਵਿੱਚ ਸ਼ਾਮਲ ਹੈ, ਬਾਸਮਤੀ ਇਹਦੇ ਵਿੱਚ ਜਿਹੜੀ ਜੀ ਉਹ ਸ਼ਾਮਲ ਹੈ, ਇਹਦੇ ਵਿੱਚ ਜਿਹੜੀ ਨਰਮੇ ਦੀ ਫਸਲ ਹੈ ਉਹ ਸ਼ਾਮਲ ਹੈ। ਹੁਣ ਅੱਜ ਫਿਰ ਜਿਹੜਾ ਜੀ ਹਾਲ ਦੀ ਘੜੀ ਤੁਸੀਂ ਇਹ ਕਹੋ ਕਿ ਜਿਹੜੀ ਤਲਵਾਰ ਹੈ ਉਹ ਤਾਂ ਲਮਕ ਰਹੀ ਹੈ। ਜਿਹੜੇ ਦਰਿਆਵਾਂ ਦੇ ਕੰਢੇ ਬੈਠੇ ਲੋਕ ਨੇ, ਜਿਹੜਾ ਇੱਧਰ ਘੱਗਰ ਹੈ ਉਹ ਆਪਣੇ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਕਰੀਬ ਜਿਹੜਾ ਜੀ ਉਹ ਚੱਲ ਰਿਹਾ। ਸਿਰਫ ਇੰਨਾ ਹੀ ਆ ਕਿ ਜਿਹੜੀ ਸੁਖਨਾ ਲੇਕ ਹੈ ਉੱਥੋਂ ਦੁਬਾਰਾ ਪਾਣੀ ਨਹੀਂ ਛੱਡਿਆ ਗਿਆ, ਕਿਉਂਕਿ ਉੱਥੇ ਕੰਟਰੋਲ ਹੋ ਗਿਆ, ਜਿਹਦੇ ਕਰਕੇ ਇਸ ਸਾਈਡ ਦੇ ਉੱਤੇ ਕੰਟਰੋਲ ਹੈ। ਪਟਿਆਲਾ ਡਿਸਟ੍ਰਿਕਟ ਹੋ ਗਿਆ ਜੀ, ਹੁਸ਼ਿਆਰਪੁਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਗੁਰਦਾਸਪੁਰ ਹੋ ਗਿਆ, ਇਹ ਉਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਉੱਤੇ ਇਹ ਜਿਹੜੇ ਹੜ੍ਹਾਂ ਦੇ ਖਤਰੇ ਦੀ ਘੰਟੀ ਜਿਹੜੀ ਹੈ ਜੀ ਉਹ ਅਜੇ ਵੀ ਲਮਕ ਰਹੀ ਆ। ਔਰ ਅਗਲੇ ਉਹ 72 ਘੰਟੇ ਜਿਹੜੇ ਆ ਜੀ ਉਹ ਕਾਫੀ ਅਹਿਮ ਕਹੇ ਜਾ ਸਕਦੇ ਆ ਇਹਨਾਂ ਜ਼ਿਲ੍ਹਿਆਂ ਦੇ ਬਾਰੇ ਦੇ ਵਿੱਚ। ਔਰ ਲੋਕਾਂ ਦੇ ਵਿੱਚ ਇੱਕ ਜਿਹੜਾ ਜੀ ਡਰ ਸਹਿਮ ਜਿਹੜਾ ਉਹ ਬਣਿਆ ਹੈ। ਬਿਲਕੁਲ ਜੀ, ਕੁਦਰਤੀ ਆਫਤਾਂ ਹੈ, ਇਹਨਾਂ ਤੋਂ ਤਾਂ ਡਰ ਲੱਗਦਾ ਹੀ ਲੱਗਦਾ। ਤੇ ਅੱਗੇ ਗੱਲ ਹੋ ਰਹੀ ਸੀ ਜੀ ਕਿ ਸਿਆਸਤਾਂ ਜਿਹੜੇ ਦਾਗੀ ਆ ਉਹਨਾਂ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਹੱਥ ਖੜੇ ਕੀਤੇ। ਬਿਲਕੁਲ ਜੀ, ਐਕਚੁਅਲੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜੀ ਜੀ ਉਹ ਪਾਈ ਹੋਈ ਸੀਗੀ ਪਟੀਸ਼ਨ ਕਿ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੋ ਜਾਂਦਾ, ਜਿਨ੍ਹਾਂ ਦੇ ਉੱਤੇ ਚਾਰਜ ਫਰੇਮ ਹੋ ਜਾਂਦੇ ਆ, ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਜਾਵੇ। ਫੈਸਲਾ ਤਾਂ ਇਹਦਾ ਅਗਸਤ ਮਹੀਨੇ ਦੇ ਲਾਸਟ ਦਿਨਾਂ ਦੇ ਵਿੱਚ ਆ ਗਿਆ ਸੀਗਾ, ਪਰ ਕੁਝ ਅਹਿਮ ਫੈਸਲੇ ਨੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਅਟਕੇ ਹੋਏ ਆ ਤੇ ਉਹ ਇੱਕ ਕਰਕੇ ਤੁਸੀਂ ਕਹਿ ਲਓ ਕਿ ਆਲਮੋਸਟ ਡੇਲੀ ਬੇਸਿਸ ਦੇ ਉੱਤੇ ਆਉਣੇ ਆ, ਕਿਉਂਕਿ ਜਿਹੜਾ ਜੀ ਜਿਹੜੇ ਚੀਫ ਜਸਟਿਸ ਨੇ ਉਹਨਾਂ ਰਿਟਾਇਰ ਹੋ ਜਾਣਾ 2 ਤਰੀਕ ਨੂੰ, 2 ਅਕਤੂਬਰ ਨੂੰ। ਅੱਜ ਜਿਹੜਾ ਜੀ ਸਰਕਾਰ ਦੀ ਆਧਾਰ ਸਕੀਮ ਦੇ ਮਤਲਬ ਕਿ ਇਹ ਕਿੰਨਾ ਕੁ ਜਿਹੜਾ ਹੈ ਜੀ ਇਹ ਬੜਾ ਅਹਿਮ ਹੈ।
ਹਰ ਬੰਦਾ ਕੁਝ ਸਮਾਂ ਪਹਿਲਾਂ ਪੁੱਛਦਾ ਸੀ ਆਧਾਰ ਦਾ ਕੀ ਬਣਿਆ, ਕੀ ਉਹਦੇ ਤੋਂ ਬਿਨਾਂ ਕੁਝ ਜਿਹੜਾ ਜੀ ਉਹ ਹੋਊਗਾ। ਇਹ ਫੈਸਲਾ ਅੱਜ ਜਿਹੜਾ ਜੀ ਉਹ ਆ ਸਕਦਾ ਹੈ। ਅਦਾਲਤੀ ਕਾਰਵਾਈ ਦਾ ਸਿੱਧਾ ਪ੍ਰਸਾਰਣ SC ST ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਨੌਕਰੀਆਂ ਤਰੱਕੀਆਂ ਦੇ ਲਾਹੇ ਜਿਹੜੇ ਜੀ ਇਹ ਦੇਣ ਸੰਬੰਧੀ ਇਹ ਫੈਸਲੇ ਜਿਹੜੇ ਜੀ ਅੱਜ ਭਲਕ ਆ ਸਕਦੇ ਆ। ਬੜੇ ਅਹਿਮ ਜਿਹੜੇ ਜੀ ਉਹ ਇਹ ਫੈਸਲੇ ਨੇ। ਸੁਪਰੀਮ ਕੋਰਟ ਨੇ ਕਾਨੂੰਨ ਬਣਾ ਕੇ ਸਿਆਸਤਦਾਨਾਂ ਨੂੰ ਜਿਹੜਾ ਜੀ ਉਹ ਰੋਕਣ ਦੇ ਵਾਸਤੇ ਇਹਦਾ ਜ਼ਿੰਮਾ ਜਿਹੜਾ ਜੀ ਆਪਣੇ ਸਾਈਡ ਦੇ ਤੋਂ ਲਾ ਕੇ ਪਾਰਲੀਮੈਂਟ ਦੇ ਉੱਤੇ ਜਿਹੜਾ ਉਹ ਸੁੱਟ ਦਿੱਤਾ ਔਰ ਇਹ ਕਿਹਾ ਕਿ ਸੰਸਦ ਜਿਹੜੀ ਆ ਇਹਦੇ ਸੰਬੰਧੀ ਕਾਨੂੰਨ ਬਣਾਵੇ ਔਰ ਸੰਗੀਨ ਕੇਸਾਂ ਦਾ ਸਾਹਮਣਾ ਕਰ ਰਹੇ ਲੋਕ ਜਿਹੜੇ ਨੇ ਉਹ ਸਿਆਸੀ ਪਿੜ ਦੇ ਵਿੱਚ ਪੈਰ ਨਾ ਪਾ ਸਕਣ ਕਿਉਂਕਿ ਸਿਆਸਤ ਦੀ ਨਦੀ ਸਾਫ਼ ਰੱਖੀ ਜਾਵੇ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਸਿਆਸਤ ਦਾ ਅਪਰਾਧੀਕਰਨ ਕਿਹਾ ਕਿ ਬਹੁਤ ਖਤਰਨਾਕ ਹੈ, ਅਫਸੋਸਨਾਕ ਸਥਿਤੀ ਆ ਤੇ ਦੇਸ਼ ਦੇ ਵਿੱਚ ਜਿਹੜਾ ਦੀ ਜ਼ੋਰ ਫੜ ਰਿਹਾ ਔਰ ਇਹ ਵੀ ਕਿਹਾ ਗਿਆ ਜੀ ਕਿ ਦੇਸ਼ ਵਾਸੀਆਂ ਨੂੰ ਇਸ ਤਰ੍ਹਾਂ ਦੇ ਕਾਨੂੰਨ ਦੀ ਬੇਸਬਰੀ ਨਾਲ ਉਡੀਕ ਹੈ ਕਿਉਂਕਿ ਸਮਾਜ ਦੀ ਇਹ ਜਾਇਜ਼ ਖਾਹਿਸ਼ ਹੈ ਕਿ ਉਹਨਾਂ ਦਾ ਸ਼ਾਸਨ ਢੁਕਵਾਂ ਸੰਵਿਧਾਨਕ ਤਰਜ਼ ਦਾ ਸ਼ਾਸਨ ਹੋਵੇ ਤੇ ਲੋਕ ਰਾਜ ਅੰਦਰ ਨਾਗਰਿਕਾਂ ਨੂੰ ਮਹਿਜ਼ ਖਾਮੋਸ਼ ਬੋਲੇ ਤੇ ਤਮਾਸ਼ਬੀਨ ਬਣੇ ਰਹਿਣ ਲਈ ਮਜਬੂਰ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਇਹਦੀ ਅਹਿਮ ਗੱਲ ਜਿਹੜੀ ਹੈ ਨਾ ਜੀ ਉਹ ਇਹ ਆ ਕਿ ਸੁਪਰੀਮ ਕੋਰਟ ਨੇ ਤਾਂ ਚਲੋ ਜਿਹੜਾ ਜੀ ਉਹਨਾਂ ਨੇ ਜੋ ਕਹਿਣਾ ਸੀਗਾ ਉਹ ਕਹਿ ਦਿੱਤਾ ਪਰ ਕੀ ਸੰਸਦ ਜਿਹੜੀ ਆ ਉਹ ਕਾਨੂੰਨ ਬਣਾਊਗੀ ਇਸ ਤਰ੍ਹਾਂ ਦਾ ਕਿਉਂਕਿ ਸੰਸਦ ਦੇ ਵਿੱਚ ਉਹੀ ਤਾਂ ਲੋਕ ਬੈਠੇ ਹੋਏ ਆ ਜਿਨ੍ਹਾਂ ਨੂੰ ਰੋਕਣ ਦੇ ਵਾਸਤੇ ਜਿਹੜੀ ਜੀ ਇਹ ਪਟੀਸ਼ਨ ਪਾਈ ਗਈ ਸੀ। ਹੁਣ ਜਦੋਂ ਆਪਾਂ ਜੇ ਗੱਲ ਕਰੀਏ ਕਿ ਕਿੰਨੇ % ਉੱਥੇ ਨੇ ਕਿਹੜੀਆਂ ਪਾਰਟੀਆਂ ਦੇ ਕੋਈ ਪਾਰਟੀ ਜਿਹੜੀ ਆ ਜੀ ਅਭਿੱਜ ਨਹੀਂ ਹੈਗੀ ਇਸ ਮਾਮਲੇ ਦੇ ਉੱਤੇ। ਸਭ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਦੂਜੇ ਤੋਂ ਮੋਹਰੀ ਨੇ ਅਜਿਹੇ ਲੋਕਾਂ ਨੂੰ ਟਿਕਟ ਦੇਣ ਦੇ ਵਾਸਤੇ ਉਹਨਾਂ ਨੂੰ ਜਿਤਾ ਕੇ ਜਿਹੜਾ ਜੀ ਇੱਥੇ ਲਿਆਉਣ ਦੇ ਵਾਸਤੇ ਜਿਹਦੇ ਕਰਕੇ ਇਹ ਜਿਹੜਾ ਜੀ ਕਿਹਾ ਜਾ ਸਕਦਾ ਹੈ ਕਿ ਉਹ ਕਾਨੂੰਨ ਕਿਉਂ ਬਣਾਉਣਗੇ। ਉਹ ਇਸ ਤਰ੍ਹਾਂ ਦਾ ਨਾ ਕਾਨੂੰਨ ਪਿਛਲੇ ਸਮੇਂ ਦੇ ਵਿੱਚ ਬਣਾਇਆ ਨਾ ਕੋਈ ਗਾਂਹ ਜਿਹੜੀ ਜੀ ਉਹ ਬਣਾਉਣ ਵਾਲੇ ਚਾਂਸਸ ਜਿਹੜੇ ਆ ਜੀ ਉਹ ਦਿਸਦੇ। ਬਿਲਕੁਲ ਉਹਨਾਂ ਨੇ ਤਾਂ ਪੱਲਾ ਝਾੜ ਦਿੱਤਾ। ਅੱਗੇ ਗੱਲ ਕਰਦੇ ਹਾਂ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਇਕਸਾਰ ਕਰਨੇ ਦੇ ਲਈ 5 ਰਾਜ ਆ ਜਿਹੜੇ ਉਹ ਇਹ ਕੀਮਤਾਂ ਨੂੰ ਇਕਸਾਰ ਕਰਨਗੇ ਉਹਨਾਂ ਦੇ ਵਿੱਚ ਪੰਜਾਬ ਵੀ ਦੇਖੋ ਇਹਦੇ ਸੰਬੰਧੀ ਐਫਰਟ ਤਾਂ ਜਿਹੜੀ ਆ ਜੀ ਉਹ ਹੋਈ ਆ ਕਿਉਂਕਿ ਸਮਗਲਿੰਗ ਜਿਹੜੀ ਆ ਉਹ ਇੱਕ ਤੋਂ ਦੂਜੇ ਰਾਜ ਨੂੰ ਜਿਹੜੀ ਆ ਉਹ ਹੁੰਦੀ ਆ ਜੀ। ਜਿਵੇਂ ਜਿਹੜੀ ਪੈਟਰੋਲ ਦੀ ਸਮਗਲਿੰਗ ਆ ਉਹ ਹੋਣ ਲੱਗ ਗਈ। ਪਹਿਲਾਂ ਸ਼ਰਾਬ ਦੀ ਸਮਗਲਿੰਗ ਜਿਹੜੀ ਆ ਜੀ ਉਹ ਹੁੰਦੀ ਸੀਗੀ ਹਰਿਆਣੇ ਤੋਂ ਆ ਕੇ ਤੇ ਚੰਡੀਗੜ੍ਹ ਤੋਂ ਆ ਕੇ। ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ ਉਹਦਾ ਭਾਰੀ ਫਰਕ ਹੈ ਪੰਜਾਬ ਦੇ ਨਾਲੋਂ ਜੀ। ਲੋਕ ਜਿਹੜੇ ਆ ਜੀ ਉਹ ਪ੍ਰੈਫਰ ਕਰਦੇ ਆ ਚੰਡੀਗੜ੍ਹ ਦੇ ਵਿੱਚੋਂ ਪਾਉਣ ਲਈ। ਉਹਨਾਂ ਨੇ ਕਰਨਾ ਹੀ ਆ ਜੀ ਜਦੋਂ ਜਿਸ ਜਗ੍ਹਾ ਦੇ ਉੱਤੋਂ ਉਹਨਾਂ ਨੂੰ ਸਹੀ ਰੇਟ ਘੱਟ ਰੇਟ ਜਿਹੜਾ ਜੀ ਮਿਲਦਾ ਉੱਥੋਂ ਉਹ ਜਾ ਕੇ ਤੇਲ ਪਵਾਉਣਗੇ। ਔਰ ਇਹਦੇ ਨਾਲ ਇਹ ਆ ਕਿ ਜਿਹੜੇ ਇਹਨਾਂ ਰਾਜਾਂ ਦੇ ਸਰਹੱਦਾਂ ਦੇ ਉੱਤੇ ਜਿਹੜੇ ਪੈਟਰੋਲ ਪੰਪ ਨੇ ਉਹ ਜਿਹੜਾ ਜੀ ਬਹੁਤ ਰੌਲਾ ਪਾਉਂਦੇ ਆ ਕਿ ਉਹ ਲੂਜ਼ਰ ਨੇ। ਹਰਿਆਣੇ ਦੀ ਸਰਹੱਦ ਦੇ ਉੱਤੇ ਪੈਟਰੋਲ ਪੰਪ ਹੋ ਗਿਆ, ਚੰਡੀਗੜ੍ਹ ਦੀਆਂ ਸਰਹੱਦਾਂ ਦੇ ਉੱਤੇ ਪੈਟਰੋਲ ਪੰਪ ਜਿਹੜੇ ਦੀ ਉਹ ਹੋ ਗਏ। ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਰਾਜ ਨੇ ਜੀ ਉਹ ਹੁਣ ਇਕੱਠੇ ਹੋਏ ਆ। ਇੱਥੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੈ ਜੀ ਹੋਈ ਆ 5 ਰਾਜਾਂ ਦੀ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਨਵੀਂ ਦਿੱਲੀ ਤੇ ਚੰਡੀਗੜ੍ਹ। ਇਹਨਾਂ ਨੇ ਪੈਟਰੋਲੀਅਮ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਇਕਸਾਰ ਕੀਮਤ ਨੂੰ ਲੈ ਕੇ ਡੀਜ਼ਲ ਤੇ ਪੈਟਰੋਲ ਦੇ ਉੱਤੇ ਵੈਟ ਦੀ ਦਰ ਬਰਾਬਰ ਕਰਨ ਦੇ ਵਾਸਤੇ ਮੋਟੇ ਤੌਰ ਦੇ ਉੱਤੇ ਸਹਿਮਤੀ ਜਿਹੜੀ ਹੈ ਜੀ ਉਹ ਦਿੱਤੀ ਹੈ। ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੀ ਜਿਹੜੀ ਸੀ ਮੌਜੂਦਗੀ ਦੇ ਵਿੱਚ ਹੋਈ ਬੈਠਕ ਜਿਹੜੀ ਹੈ ਜੀ ਬੇਸ਼ੱਕ ਅਖੀਰਲੇ ਨਤੀਜੇ ਦੇ ਉੱਤੇ ਪਹੁੰਚਣ ਲਈ 5 ਰਾਜਾਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਅਕਤੂਬਰ ਮਹੀਨੇ ਦੇ ਵਿੱਚ ਫਿਰ ਇਹ 5 ਰਾਜਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਹੋਊਗੀ। ਇਹਦੇ ਨਾਲ ਟਰਾਂਸਪੋਰਟ ਨੀਤੀ ਤੇ ਟ੍ਰੇਡ ਮਾਰਕੀਟ ਦੇ ਉੱਤੇ ਵੀ ਰਾਜਾਂ ਦੀ ਜਿਹੜੀ ਆ ਉਹ ਇੱਕ ਰਾਏ ਸਾਰੀ ਜਿਹੜੀ ਹੈ ਜੀ ਉਹ ਬਣ ਸਕਦੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਉੱਤਰ ਪ੍ਰਦੇਸ਼ ਦੇ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਸਕੱਤਰ ਅਲੋਕਨਾਥ ਸਿੰਘ, ਹਿਮਾਚਲ ਪ੍ਰਦੇਸ਼ ਤੇ DTC ਦੇ ਸੰਜੇ ਭਾਰਦਵਾਜ ਤੇ ਚੰਡੀਗੜ੍ਹ ਦੇ ਆਬਕਾਰੀ ਕਰ ਵਿਭਾਗ ਦੇ ਕਮਿਸ਼ਨਰ ਜਤਿੰਦਰ ਯਾਦਵ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਮੌਜੂਦ ਸੀਗੇ। ਸੂਬਿਆਂ ਦੀ 3 ਸਾਲ ਪਹਿਲਾਂ ਵੀ ਮੀਟਿੰਗ ਜਿਹੜੀ ਹੋਈ ਸੀਗੀ। ਅੱਜ ਦੀ ਜਿਹੜੀ ਮੀਟਿੰਗ ਹੋਈ ਸੀ ਇਹਦੇ ਵਿੱਚ ਜ਼ਿਆਦਾ ਤਾਂ ਜਿਹੜਾ ਸੀਗਾ ਜੀ ਪੈਟਰੋਲੀਅਮ ਵਸਤਾਂ ਨੂੰ ਲੈ ਕੇ ਹੀ ਜਿਹੜਾ ਜੀ ਕੀਤਾ ਗਿਆ ਕਿ ਜੇ ਸਾਰੇ ਰਾਜ ਵੈਟ ਘਟਾਉਂਦੇ ਵਧਾਉਂਦੇ ਆ ਬਰਾਬਰ ਜਿਹੜਾ ਜੀ ਉਹ ਕਰਦੇ ਆ ਤੇ ਫਿਰ ਇਹਦੇ ਨਾਲ ਸਮਗਲਿੰਗ ਜਿਹੜੀ ਆ ਜੀ ਉਹ ਰੁਕ ਸਕਦੀ ਹੈ। ਹੁਣ ਸਵਾਲ ਜਿਹੜਾ ਜੀ ਇਹ ਰਹੂਗਾ ਕਿ ਪੰਜਾਬ ਵਰਗਾ ਸੂਬਾ ਜਿਹੜਾ ਇਹ ਦੁਹਾਈ ਪਾਉਂਦਾ ਕਿ ਉਹਦੇ ਪੱਲੇ ਕੁਛ ਨਹੀਂ ਹੈਗਾ, ਕੀ ਉਹ ਬਾਕੀ ਰਾਜਾਂ ਦੇ ਬਰਾਬਰ ਦੇ ਉੱਤੇ ਆਪਣਾ ਵੈਟ ਕਰੂਗਾ, ਹਰਿਆਣੇ ਦੇ ਬਰਾਬਰ ਦੇ ਉੱਤੇ ਜਾਂ ਚੰਡੀਗੜ੍ਹ ਦੇ ਬਰਾਬਰ ਦੇ ਉੱਤੇ, ਜਾਂ ਚੰਡੀਗੜ੍ਹ ਤੇ ਹਰਿਆਣੇ ਨੂੰ ਰਾਜੀ ਕਰੂਗਾ ਵੀ ਤੁਸੀਂ ਸਾਡੇ ਜਿੰਨਾ ਵਧਾ ਦਿਓ।
ਤੋ ਵਧਾਉਣ ਦੇ ਵਾਸਤੇ ਹਰਿਆਣਾ ਜਿਹੜਾ ਜੀ ਉਹ ਰਾਜੀ ਨਹੀਂ ਹੋ ਸਕਦਾ। ਉਹਦਾ ਰੀਜ਼ਨ ਇਹ ਆ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਜੀ ਉਹ ਵੋਟਾਂ ਆਉਣੀਆਂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਫੌਰਨ ਜਿਹੜਾ ਜੀ ਉਹ ਬਾਅਦ ਲੋਕ ਸਭਾ ਦੀਆਂ ਚੋਣਾਂ ਵੀ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਸ ਕਰਕੇ ਰਾਜ ਵਧਾਉਣ ਦੇ ਵਾਸਤੇ ਤਾਂ ਜਿਹੜਾ ਜੀ ਉਹ ਨਹੀਂ ਜਾਣਗੇ, ਘਟਾਉਣ ਦੇ ਵਾਸਤੇ ਕੀ ਪੰਜਾਬ ਵਰਗਾ ਰਾਜ ਜਿਹੜਾ ਜੀ ਉਹ ਰਾਜੀ ਹੋਊਗਾ, ਇਹ ਅਹਿਮ ਗੱਲ ਵੇਖਣ ਵਾਲੀ ਹੋਊਗੀ ਜੀ। ਚਲੋ ਥੋੜੇ ਕੁ ਦਿਨ ਆ, ਦੇਖਦੇ ਕੀ ਹੁੰਦਾ ਆ। ਤੇ ਅੱਗੇ ਮੌੜ ਬੰਬ ਧਮਾਕੇ ਦੀ ਜੇ ਗੱਲ ਕਰੀਏ ਤੇ ਹਾਈ ਕੋਰਟ ਨੇ ਕਿਹਾ ਕਿ ਇਸ ਦੀ ਜਾਂਚ ਸਿੱਟ ਹੀ ਕਰੇਗੀ। SIT ਦੇ ਬਾਰੇ ਦੇ ਵਿੱਚ ਜਿਹੜਾ ਜੀ ਐਕਚੁਅਲੀ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਹੋਇਆ ਜੀ। ਔਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੌੜ ਬੰਬ ਧਮਾਕੇ ਦੀ ਜਾਂਚ ਜਿਹੜੀ ਹੋਈ ਸੀ, ਸੁਣਨ ਵਾਲਿਆਂ ਨੂੰ ਯਾਦ ਹੋਣਾ ਹੈ ਕਿ ਇੱਕ ਵਾਰੀ ਇਹ ਜਾਂਚ ਜਿਹੜੀ ਹੈ ਜੀ ਐਨ ਸਿਖਰ ਦੇ ਉੱਤੇ ਪਹੁੰਚ ਗਈ ਸੀ, ਸਿਰੇ ਦੇ ਉੱਤੇ ਪਹੁੰਚ ਗਈ ਸੀਗੀ, ਪਰ ਉੱਥੋਂ ਫੇਰ ਜਿਹੜਾ ਜੀ ਇਹਨੂੰ ਬਰੇਕਾਂ ਲੱਗ ਗਈਆਂ ਔਰ ਜਿਹੜੀ ਗੱਲਬਾਤ ਸੀ ਜੀ ਉਹ ਉੱਥੇ ਕੀ ਫੇਰ ਰੁਕ ਗਈ, ਗੱਲ ਗਾਂ ਤੁਰ ਨਹੀਂ ਸਕੀ। ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤੇ ਦਵਾ ਸੱਚ ਜਿਹੜੇ ਪਹਿਲਾਂ ਅਫਸਰ ਬਦਲ ਦਿੱਤੇ ਗਏ ਸੀਗੇ ਜਿਨ੍ਹਾਂ ਨੇ ਇਹ ਜਾਂਚ ਇੱਥੋਂ ਤੱਕ ਲੈਣ ਦੀ ਸੀ ਕਿ ਬੰਦਾ ਜਿਹੜਾ ਮੌੜ ਧਮਾਕੇ ਦੇ ਵਾਸਤੇ ਕਾਰ ਲਿਆਉਂਦਾ, ਕਾਰ ਦੀ ਰੰਗ ਰੋਗਨ ਕਰਦਾ ਸਰਸੇ ਦੇ ਡੇਰੇ ਦੇ ਵਿੱਚ, ਫਿਰ ਕੁੱਕਰ ਬੰਬ ਫਿੱਟ ਕਰਕੇ ਤੇ ਉੱਥੇ ਛੱਡ ਕੇ ਆਉਂਦਾ, ਉਹ ਡੇਰੇ ਦੇ ਅੰਦਰ ਵੜਦਾ ਜੀ, ਉੱਥੇ ਉਹਦਾ ਫੋਨ ਬੰਦ ਹੁੰਦਾ। ਉਦੋਂ ਬਾਅਦ ਜਾਂਚ ਜਿਹੜੀ ਬੰਦ ਹੋ ਜਾਂਦੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਅਰੁਣਪਾਲੀ ਦੇ ਬੈਂਚ ਦੇ ਵੱਲੋਂ ਸਿੱਟ ਦੀ ਜਾਂਚ ਦੇ ਉੱਤੇ ਤਸੱਲੀ ਜਿਹੜੀ ਹੈ ਜੀ ਹੁਣ ਪ੍ਰਗਟ ਕੀਤੀ ਗਈ ਹੈ, ਕਿਉਂਕਿ ਅਫਸਰ ਫੇਰ ਦੁਬਾਰਾ ਜਿਹੜੇ ਜੀ ਉੱਥੇ ਲਾ ਦਿੱਤੇ ਸੀਗੇ। CBI ਜਾਂ NIA ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਰੱਦ ਕਰਤੀ ਹੈ ਜੀ। ਪਾਤੜਾਂ ਦੇ ਇੱਕ ਵਿਅਕਤੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਹਦੀ ਜਾਂਚ ਜਿਹੜੀ CBI ਤੋਂ ਕਰਵਾਏ ਜਾਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਸੀਗੀ। ਹਾਈ ਕੋਰਟ ਨੇ 21 ਅਗਸਤ ਨੂੰ ਬੜੀ ਖਿਚਾਈ ਜਿਹੜੀ ਹੈ ਜੀ ਉਹ ਸਿੱਟ ਦੀ ਕੀਤੀ ਸੀਗੀ ਔਰ ਇਹ ਕਿਹਾ ਸੀਗਾ ਕਿ ਇਹਦੇ ਸੰਬੰਧੀ 1 ਮਹੀਨੇ ਦੇ ਅੰਦਰ ਅੰਦਰ ਸੀਲਬੰਦ ਰਿਪੋਰਟ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇ। ਸਿੱਟ ਦੇ ਮੁਖੀ DIG ਰਣਬੀਰ ਸਿੰਘ ਖੱਟੜਾ ਹੋਰਾਂ ਨੂੰ ਖੁਦ ਸੱਦਿਆ ਗਿਆ ਸੀ ਤੋਂ ਹਾਈ ਕੋਰਟ ਦੇ ਵਿੱਚ ਜਿਹੜੇ ਜੀ ਉਹ ਪੇਸ਼ ਹੋਏ ਸੀਗੇ। ਸੀਲਬੰਦ ਲਿਫਾਫੇ ਦੇ ਵਿੱਚ ਜਾਂਚ ਜਿਹੜੀ ਜੀ ਉਹ ਪੇਸ਼ ਕੀਤੀ ਗਈ ਔਰ ਇਹ ਵੇਖਣ ਤੋਂ ਬਾਅਦ ਸੁਣਾਇਆ ਗਿਆ ਜੀ ਫੈਸਲਾ ਕਿ ਸਿੱਟ ਦੇ ਵੱਲੋਂ ਜਾਂਚ ਜਿਹੜੀ ਹੈ ਜੀ ਉਹ ਠੀਕ ਦਿਸ਼ਾ ਦੇ ਵਿੱਚ ਕੀਤੀ ਜਾ ਰਹੀ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਜੇ ਉਹ ਸਿੱਟ ਦੀ ਜਾਂਚ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਹ ਇਸੇ ਪਟੀਸ਼ਨ ਨੂੰ ਮੁੜ ਕੇ ਚਲਾ ਸਕਦਾ, ਭਾਵ ਕਿ ਉਹਨੂੰ ਨਵੇਂ ਸਿਰਿਓਂ ਪਟੀਸ਼ਨ ਜਿਹੜੀ ਹੈ ਜੀ ਉਹ ਦਾਇਰ ਨਹੀਂ ਕਰਨੀ ਪਊਗੀ। ਹੁਣ ਜਿਹੜਾ ਪਟੀਸ਼ਨ ਕਰਤਾ ਜੀ ਉਹ ਕਹਿੰਦਾ ਹੈ ਕਿ ਜੇ ਇਹ ਜਾਂਚ ਕਿਸੇ ਤਣ ਪੱਤਰ ਨਾ ਲਾਈ ਤਾਂ ਹਾਈ ਕੋਰਟ ਨੇ ਉਹਨੂੰ ਜਿਵੇਂ ਇਹਦੀ ਖੁੱਲ੍ਹ ਦਿੱਤੀ ਹੈ, ਉਹਨੇ ਕਿਹਾ ਕਿ ਉਹ ਦੁਬਾਰਾ ਫੇਰ ਹਾਈ ਕੋਰਟ ਦਾ ਰੁਖ ਜਿਹੜਾ ਜੀ ਉਹ ਕਰੂਗਾ। ਇਹ ਮਾਮਲਾ ਬੜਾ ਜਿਹੜਾ ਜੀ ਉਹ ਭਖਿਆ ਸੀਗਾ ਔਰ ਇਹਦੇ ਵਿੱਚ ਮੌਤਾਂ ਜਿਹੜੀਆਂ ਜੀ ਉਹ ਕਈ ਹੋਈਆਂ ਸੀਗੀਆਂ ਔਰ ਜਿਹੜਾ ਜੀ ਫੜਨ ਦੇ ਵਾਸਤੇ ਪੰਜਾਬ ਪੁਲਿਸ ਦੀ ਜਿਹੜੀ ਇਹਦੀ ਗੁਰਤੇਜ ਕਾਲਾ ਨੂੰ ਫੜਨਾ ਜਿਹੜਾ ਜੀ ਉਹ ਸਭ ਤੋਂ ਅਹਿਮ ਹੈ। ਸਿੱਟ ਦੇ ਵਾਸਤੇ ਕਾਲਾ ਜਿਹੜਾ ਜੀ ਉਹ ਬੰਬ ਧਮਾਕੇ ਦੀ ਜਾਂਚ ਨੂੰ ਅੱਗੇ ਤੋੜ ਸਕਦਾ ਜੀ। ਜਿਹੜੀ SIT ਸੀਗੀ ਜੀ ਇਹਦੇ ਵਿੱਚੋਂ ਕਿਸੇ ਦੇ ਨੇੜੇ ਤੇੜੇ ਵੀ ਉਹ ਪਹੁੰਚ ਨਹੀਂ ਸਕੀ, ਪਹੁੰਚ ਤਾਂ ਸਕਦੀ ਸੀਗੀ ਪਰ ਜਿੱਥੇ ਜਾ ਕੇ ਜਾਂਚ ਰੁਕ ਗਈ ਸੀਗੀ ਜੀ ਤੁਹਾਨੂੰ ਮੈਂ ਦੱਸਿਆ ਜੀ ਕੀ ਕਾਰਨ ਉਹਦਾ ਕੀ ਰਿਹਾ ਕਿ ਉਹ ਕਿਉਂ ਰੁਕੀ। ਬਿਲਕੁਲ ਕਾਰਨ ਤਾਂ ਹੁਣ ਬਿਲਕੁਲ ਹੀ ਸਾਫ਼ ਹੋ ਚੁੱਕਿਆ ਸੀ ਕਿ ਰੁਕੀ ਕਿਉਂ ਸੀਗੀ। ਤੇ ਅੱਗੇ ਅਕਾਲੀਆਂ ਦੇ ਤੇ ਕਾਂਗਰਸ ਦੀ ਗੱਲ ਕਰਦੇ ਆ, ਰੈਲੀ ਹੋ ਪਏ ਆ, ਇਹਨਾਂ ਦਾ ਜਿਹੜਾ ਮੈਚ ਆ ਬੜਾ ਫਰੈਂਡਲੀ ਚੱਲ ਰਿਹਾ ਆ, ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ, ਪਰ ਆਮ ਆਦਮੀ ਪਾਰਟੀ ਚੁੱਪ। ਜੀ ਐਕਚੁਅਲੀ ਇਹ ਜਿਹੜਾ ਜੀ ਕੱਲ ਵੀ ਗੱਲ ਕੀਤੀ ਜਿਹੜਾ ਬਰਗਾੜੀ ਦੇ ਵਿੱਚ ਲੱਗਿਆ ਹੋਇਆ ਮੋਰਚਾ ਜਿਹੜੇ ਲੋਕ ਬੈਠੇ ਆ ਜੀ ਉਹਨਾਂ ਦੇ ਵੀ ਹੁਣ ਜਿਹੜਾ ਜੀ ਉਹ ਲੱਗ ਰਿਹਾ ਹੈ ਕਿ ਇਹ ਕੰਮ ਲੰਮਾ ਜਿਹੜਾ ਜੀ ਉਹ ਖਿੱਚਿਆ ਗਿਆ, ਉਹਨੂੰ ਜਿਹੜਾ ਜੀ ਸਾਈਡ ਲਾਈਨ ਕਰਨ ਦੇ ਵਾਸਤੇ ਦੋਏ ਪਾਰਟੀਆਂ ਜਿਹੜੀਆਂ ਜੀ ਉਹ ਹੁਣ ਇੱਕ ਹੋ ਗਈਆਂ ਨੇ। ਜਿਹੜੀ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਹੈ, ਕੋਈ ਸਾਂਝੇ ਤੌਰ ਦੇ ਉੱਤੇ ਰੈਲੀ ਨਹੀਂ ਕਰਦੇ ਪਰ ਰੈਲੀ ਦੀ ਖੇਡ ਜਿਹੜੀ ਹੈ ਜੀ ਉਹ ਇਹਨਾਂ ਨੇ ਜ਼ਰੂਰ ਸ਼ੁਰੂ ਕਰ ਲਈ ਹੈ ਜੀ। ਔਰ ਇਸ ਵੇਲੇ ਬਜਾਏ ਇਹਦੇ ਅਕਾਲੀ ਦਲ ਜਿਹੜਾ ਜੀ ਉਹਦੇ ਰਾਜ ਦੇ ਸਮੇਂ ਇਹਨਾਂ ਵਾਪਰੀਆਂ ਘਟਨਾਵਾਂ ਦੀ ਜ਼ਿਕਰ ਕਰੇ, ਉਹਦੇ ਸਾਬਕਾ ਮੁੱਖ ਮੰਤਰੀ ਇਹ ਕਹਿੰਦੇ ਆ ਰਣਜੀਤ ਸਿੰਘ ਕਮਿਸ਼ਨ ਦੀ ਗੱਲ ਹੀ ਨਾ ਕਰੋ, ਪਿਛਲੀ ਫਰੀਦਕੋਟ ਰੈਲੀ ਦੇ ਵਿੱਚ ਜਿਹੜਾ ਜੀ ਉਹ ਕਹਿੰਦੇ ਆ। ਤੇ ਹੁਣ ਇਹ ਜਿਹੜੀ ਹੈ ਜੀ ਰੈਲੀ ਪਟਿਆਲੇ ਦੇ ਵਿੱਚ ਕਰਨ ਦੇ ਵਾਸਤੇ ਪੱਬਾਂ ਭਾਰ ਜਿਹੜੇ ਆ ਉਹ ਹੋਏ ਪਏ ਆ ਕਿ ਇੱਥੇ ਰੈਲੀ ਜਿਹੜੀ ਹੈ ਜੀ ਇਹ ਪੰਜਾਬ ਪੱਧਰ ਦੀ ਕੀਤੀ ਜਾਵੇ। ਅਕਾਲੀਆਂ ਦੇ ਪੈਰ ਜਿਹੜੇ ਆ ਜੀ ਉਹ ਸਿਆਸਤ ਤੋਂ ਉਖੜਨ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਕੁਝ ਜਿਹੜੇ ਜਾਣਕਾਰੀ ਵੀ ਕਹਿੰਦੇ ਆ ਕਿ ਫਰੀਦਕੋਟ ਦੀ ਰੈਲੀ ਨੂੰ ਜਿਵੇਂ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ, ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ ਮਾਮਲਾ, ਹਾਈ ਕੋਰਟ ਦੇ ਵਿੱਚ ਸਰਕਾਰ ਦੀ ਤਰਫੋਂ ਕੋਈ ਪੇਸ਼ ਨਾ ਹੋਇਆ ਐਡਵੋਕੇਟ ਜਨਰਲ ਜਾਂ ਕੋਈ ਵਕੀਲ, ਜਿਵੇਂ ਉਹ ਮਾਮਲਾ ਭਖਾਤਾ
ਉਹਨਾਂ ਨੇ ਅਕਾਲੀ ਦਲ ਦੇ ਪੈਰ ਲਵਾਤੇ ਜੀ ਇੱਕ ਟਾਈਪ ਦੇ ਨਾਲ, ਕਿਉਂਕਿ ਇਹ ਹੁਣ ਇਹ ਲੱਗ ਰਿਹਾ ਜੀ ਕਿ ਇਹ ਕੋਈ ਨਾ ਕੋਈ ਕਿਤੇ ਨਾ ਕਿਤੇ ਸਾਧ ਭਿਆਲੀ ਵਾਲੀ ਗੱਲ ਹੀ ਸੀਗੀ ਕਿ ਪ੍ਰਮੋਟ ਜਿਹੜਾ ਜੀ ਉਹ ਕਰਨਾ। ਕਾਂਗਰਸ ਜਿਹੜੀ ਹੈ ਜੀ ਉਹ ਰੈਲੀ ਕਰ ਰਹੀ ਹੈ ਕਿੱਲਿਆਂ ਵਾਲੀ ਦੇ ਵਿੱਚ, ਔਰ ਇਹ ਕਿਹਾ ਜਾ ਰਿਹਾ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਕਿ ਜੀ ਉੱਥੇ ਅਸੀਂ ਪੋਲ ਖੋਲਾਂਗੇ ਕਿ ਇਹਨਾਂ ਦੀ ਸ਼ਮੂਲੀਅਤ ਅਕਾਲੀਆਂ ਦੀ ਜਿਹੜੀ ਹੈ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਕਿਵੇਂ ਰਹੀ ਆ। ਇਹ ਤਾਂ ਦੱਸਣ ਦੀ ਲੋੜ ਨਹੀਂ ਜੀ, ਹੁਣ ਤਾਂ ਸਭ ਨੂੰ ਜਿਹੜਾ ਜੀ ਉਹ ਪਤਾ ਲੱਗ ਚੁੱਕਿਆ ਹੋਇਆ। ਔਰ ਇਸ ਮਾਮਲੇ ਦੇ ਉੱਤੇ ਜਿਹੜੀ ਰਿਪੋਰਟ ਆਈ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਲੋਕਾਂ ਨੇ ਉਹ ਰਿਪੋਰਟ ਪੜ੍ਹ ਲਈ ਆ। ਜੇ ਕਿਸੇ ਨੇ ਰਿਪੋਰਟ ਨਹੀਂ ਪੜ੍ਹੀ ਤੇ ਉਹਨਾਂ ਨੇ ਵਿਧਾਨ ਸਭਾ ਦੀ ਕਾਰਵਾਈ ਦੇਖ ਲਈ ਆ, ਇੰਨੇ ਘੰਟੇ ਜਿਹੜਾ ਜੀ ਚੱਲੀ, ਉਹਦੇ ਕਿੰਨੇ ਕਲਿੱਪ ਅਜੇ ਵੀ ਜਿਹੜੇ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੇ ਫਿਰਦੇ ਆ। ਲੋਕ ਤਾਂ ਅਗਲੀ ਗੱਲ ਸੁਣਨਾ ਚਾਹੁੰਦੇ ਆ ਕਿ ਇਹ ਤਾਂ ਸਾਨੂੰ ਪਤਾ ਲੱਗ ਗਿਆ, ਅੱਗੇ ਦੱਸੋ ਇਹਦਾ ਤੁਸੀਂ ਕੀ ਕਰੋਗੇ। ਇਸ ਪਾਸੇ ਤੋਂ ਸਰਕਾਰ ਜਿਹੜੀ ਆ ਜੀ ਉਹ ਟਾਲਾ ਵੱਟਣਾ ਚਾਹੁੰਦੀ ਆ, ਜਿਹਦੇ ਕਰਕੇ ਇਹ ਰੈਲੀ ਜਿਹੜਾ ਜੀ ਉਹ ਖੇਡਣ ਦੇ ਵਾਸਤੇ ਲੱਗੇ ਹੋਏ ਆ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨਾ, ਨੌਕਰੀਆਂ ਜਿਹੜੀਆਂ ਘਰ ਘਰ ਨੌਕਰੀ ਨੌਜਵਾਨਾਂ ਨੂੰ ਦੇਣੀ, 4 ਹਫ਼ਤਿਆਂ ਦੇ ਵਿੱਚ ਨਸ਼ੇ ਦੇ ਕਾਰੋਬਾਰ ਦੇ ਉੱਤੇ ਇਹਨੂੰ ਤੋੜ ਦੇਣਾ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਇਹਨੂੰ ਖਤਮ ਕਰਨ ਦੇ ਵੱਡੇ ਜਿਹੜੇ ਜੀ ਉਹ ਦਮਗਜੇ ਮਾਰਨੇ। ਇਹ ਸਾਰਾ ਕੁਝ ਭੁੱਲ ਭੁਲਾ ਕੇ ਇਸ ਵੇਲੇ ਕਾਂਗਰਸ ਵੀ ਜਿਹੜੀ ਆ ਜੀ ਇਹ ਸਮਝਦੀ ਆ ਕਿ ਉੱਥੇ ਜਿਹੜੀ ਜੀ ਉਹ ਰੈਲੀ ਕੀਤੀ ਜਾਵੇ। ਇਹ ਖੇਡ ਜਿਹੜੀ ਆ ਜੀ ਉਹਨਾਂ ਨੂੰ ਸੂਟ ਕਰਦੀ ਆ। ਬੇਸ਼ੱਕ ਜਿਹੜੇ ਆਮ ਆਦਮੀ ਪਾਰਟੀ ਹੈ ਜੀ ਉਹਦੇ ਤੋਂ ਵੱਖਰੇ ਹੋਏ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਜਿਹੜੀ ਸੱਦੀ ਸੀਗੀ ਜੀ ਆਲ ਪਾਰਟੀ, ਉਹਦੇ ਵਿੱਚ ਪਾਰਟੀਆਂ ਤਾਂ ਸ਼ਾਮਲ ਨਹੀਂ ਹੋਈਆਂ, ਪਰ ਜਿੰਨੇ ਸ਼ਾਮਲ ਹੋਏ ਉਹਨਾਂ ਨੂੰ ਲੈ ਕੇ ਉਹ ਰੋਸ ਮਾਰਚ ਕੱਢਣ ਦਾ ਉਹਨਾਂ ਨੇ ਐਲਾਨ ਕੀਤਾ 7 ਤਰੀਕ ਨੂੰ। ਇਹਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਅੱਜ ਜਾਂਦੇ ਉਹ ਦੇਖਣਾ ਹੋਊਗਾ। ਆਮ ਆਦਮੀ ਪਾਰਟੀ ਜਿਹੜਾ ਉਹਦਾ ਮੁੱਖ ਧੜਾ ਜੀ ਉਹ ਚੁੱਪ ਕਰਕੇ ਜਿਹੜਾ ਜੀ ਅੱਕੀ ਪਲਾਈ ਹੱਥ ਮਾਰ ਰਿਹਾ ਹੈ ਕਿ ਉਹਦੀ ਸ਼ਮੂਲੀਅਤ ਕਿਸੇ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ, ਜਦੋਂ ਕਿ ਜਿਹੜੀ ਵਿਰੋਧੀ ਧਿਰ ਹੈ ਉਹਦਾ ਰੋਲ ਇਸ ਵੇਲੇ ਇਹ ਬਣਦਾ ਸੀਗਾ ਕਿ ਉਹ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਨਾਸਾਂ ਦੇ ਥਾਣੀ ਧੂੰਆਂ ਜਿਹੜਾ ਦੀ ਉਹ ਕੱਢੇ ਕਿ ਇਸ ਮਾਮਲੇ ਦੇ ਉੱਤੇ ਮਾਮਲਾ ਜਿਹੜਾ ਉਹ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ। ਪਰ ਆਮ ਆਦਮੀ ਪਾਰਟੀ ਦਾ ਆਪਸ ਦੇ ਵਿੱਚ ਫਟਣਾ ਇਹ ਸਰਕਾਰ ਨੂੰ ਰਾਸ ਆ ਰਿਹਾ, ਔਰ ਸਰਕਾਰ ਔਰ ਕਾਂਗਰਸ ਦੇ ਤਰਫੋਂ ਜਿਹੜਾ ਜੀ ਜਿਹੜੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਮੋਟ ਇਹ ਕੀਤਾ ਜਾਵੇ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਨਹੀਂ ਗੀ, ਵਿਰੋਧੀ ਧਿਰ ਜਿਹੜੀ ਆ ਉਹ ਅਕਾਲੀ ਦਲ ਹੈ। ਸੋ ਇਹ ਜਿਹੜੀ ਮਿਲ ਕੇ ਖੇਡ ਜਿਹੜੀ ਆ ਜੀ ਉਹ ਖੇਡੀ ਜਾ ਰਹੀ ਆ। ਔਰ ਤੁਸੀਂ ਇਹ ਕਹਿ ਲਓ ਕਿ ਇਹ ਖੇਡ ਮੇਰਾ ਖਿਆਲ ਸਿਆਸਤਦਾਨਾਂ ਨੂੰ ਰਾਸ ਵੀ ਕਾਫੀ ਆ ਰਹੀ ਹੈ, ਕਿਉਂਕਿ ਪੰਜਾਬ ਦੇ ਲੋਕ ਨਾ ਸਮਝੇ ਨੇ, ਨਾ ਸਮਝਣ ਦੇ ਵਾਸਤੇ ਤਿਆਰ ਨੇ। ਉਹੀ ਹੈਰਾਨਗੀ ਵਾਲੀ ਗੱਲ ਆ ਕਿ ਜਦੋਂ ਇਹ ਰੈਲੀਆਂ ਖੇਡਦੇ ਆ, ਰੈਲੀਆਂ ਦੇ ਵਿੱਚ ਲੋਕ ਆ, ਭਾਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਓ, ਕੋਈ ਵੀ ਕਰ ਲਓ, ਇਹ ਕਿਵੇਂ ਧਾੜਾਂ ਬੰਨ ਕੇ ਜਾਂਦੇ, ਜਾਂ ਸ਼ਰਾਬ ਲੈ ਜਾਂਦੇ, ਪੈਸਿਆਂ ਲੈ ਜਾਂਦੇ, ਕਾਸੇ ਲੈ ਵੀ ਜਾਂਦੇ ਆ। ਕੀ ਇਹਨਾਂ ਦੇ ਵਿੱਚ ਦਿਲ ਦਿਮਾਗ ਸੋਚਣ ਨੂੰ ਬਿਲਕੁਲ ਹੀ ਹੈ ਨਹੀਂਗਾ? ਦੇਖੋ ਜੀ ਜਿਹੜਾ ਦਿਮਾਗ ਆ ਉਹ ਸੁੰਗੜ ਜਾਂਦਾ, ਇੰਨਾ ਕੁਝ ਜਿਹੜਾ ਜੀ ਉਹ ਕਰਤਾ ਜਾਂਦਾ ਜੀ, ਜਾਂ ਇੰਨੇ ਪਛਲੱਗ ਹੋ ਗਏ ਲੋਕ, ਪਛਲੱਗ ਹੋ ਗਏ, ਜਾਂ ਤੁਸੀਂ ਕਹਿ ਲਓ ਕਿ ਉਹਨਾਂ ਦੇ ਨਿੱਜ ਜਿਹੜੇ ਸੀ ਉਹ ਭਾਰੂ ਹੋ ਗਏ। ਉਹ ਇੱਥੋਂ ਤੱਕ ਹੀ ਸੀਮਤ ਜਿਹੜੇ ਆ ਜੀ ਉਹ ਰਹਿ ਗਏ ਕਿ ਕਿਹੜਾ ਬੰਦਾ ਕਿਹੜੇ ਲੀਡਰ ਦੀ ਜ਼ਿਆਦੀ ਚਾਪਲੂਸੀ ਕਰਦਾ ਤੇ ਕਿਹੜਾ ਬੰਦਾ ਉਹਨਾਂ ਨੂੰ ਜਿਹੜਾ ਜੀ ਉਹ ਭੇਡਾਂ ਬੱਕਰੀਆਂ ਵਾਂਗੂ ਜ਼ਿਆਦਾ ਜਿਹੜਾ ਲੈ ਕੇ ਜਾਂਦਾ। ਜਿਹੜੇ ਅਧੀਏ ਪਊਏ ਦੇ ਉੱਤੇ ਲੋਕ ਲੱਗ ਗਏ ਆ, ਚੋਣਾਂ ਹੁਣੇ ਲੰਘ ਕੇ ਹਟੀਆਂ ਨੇ ਜੀ, ਜਿੰਨੀ ਸ਼ਰਾਬ ਜਿਹੜੀ ਆ ਜੀ ਉਹ ਢੋਈ ਗਈ ਆ ਇੱਥੇ ਪੰਜਾਬ ਦੇ ਵਿੱਚ, ਪੰਜਾਬ ਵਾਲੀ ਜਾਂ ਹਰਿਆਣੇ ਵਾਲੀ, ਮੇਰਾ ਨਹੀਂ ਖਿਆਲ ਕਿ ਉਹਦੇ ਵਾਸਤੇ ਦੱਸਣ ਦੀ ਜਿਹੜੀ ਆ ਜੀ ਜ਼ਰੂਰਤ ਆ ਕਿ ਕਿੰਨੀ ਘਟੋਈ ਗਈ ਆ। ਮਣਾ ਮੂੰਹੀ ਸ਼ਰਾਬ ਜਿਹੜੀ ਆ ਜੀ ਇੱਥੇ ਲਿਆ ਕੇ ਸੁੱਟੀ ਗਈ ਆਪਣੇ ਪੰਜਾਬ ਦੇ ਵਿੱਚ। ਲੋਕਾਂ ਨੇ ਉਹ ਜਿਹੜੀ ਜੀ ਪੀਤੀ, ਨਾ ਸਿਰਫ ਪੀਤੀ ਬਲਕਿ ਤੁਸੀਂ ਇਹ ਕਹਿ ਲਓ ਕਿ ਗਾਂ ਤੋਂ ਗਾਂ ਜਿਹੜੀ ਜੀ ਉਹ ਪਿਆਈ, ਪੀ ਕੇ ਡਿੱਗੇ, ਔਰ ਡਿੱਗ ਕੇ ਵੋਟਾਂ ਜਿਹੜੀਆਂ ਜੀ ਉਹ ਪਾਈਆਂ। ਇਸ ਕਰਕੇ ਕਿੰਨੀ ਕੁ ਦੇਰ ਜਿਹੜਾ ਜੀ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਮਝਾ ਲਓਗੇ ਜਦੋਂ ਅਕਲ ਹੀ ਜਿਹੜੀ ਹੈ ਜੀ ਉਨੀ ਕੁ ਰਹਿ ਗਈ ਹੋਵੇ, ਜਾਂ ਅਕਲ ਜਿਹੜੀ ਹੈ ਜੀ ਉਹਨੂੰ ਜੰਦਰਾ ਮਾਰ ਦਿੱਤਾ ਸਿਆਸੀ ਪਾਰਟੀਆਂ ਨੇ। ਇਸੇ ਲਈ ਜਿਹੜੀਆਂ ਸਿਆਸੀ ਪਾਰਟੀਆਂ ਗੰਭੀਰ ਮਾਮਲਿਆਂ 'ਚ ਵੀ ਘਿਰ ਗਈਆਂ ਜੀ, ਉਹਨਾਂ ਨੂੰ ਇਸ ਗੱਲ ਦਾ ਯਕੀਨ ਹੈ ਪੂਰਾ ਕਿ ਅਸੀਂ ਲੋਕਾਂ ਨੂੰ ਸਾਰਾ ਕੁਝ ਭੁਲਾ ਦਿਆਂਗੇ ਜੀ ਆਉਣ ਵਾਲੇ ਦਿਨਾਂ। ਬਿਲਕੁਲ ਭੁਲਾ ਦੇਣਗੇ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਜ਼ਮੀਰ ਹੀ ਮਰ ਜਾਂਦੀ ਜਦ ਤਾਂ ਫਿਰ ਕੀ ਕਰ ਸਕਦੇ ਹਾਂ। ਕਿ ਕੋਲਿਆਂ ਵਾਲੀ ਦੀ ਗੱਲ ਕਰੀਏ, ਕਾਫੀ ਟਾਈਮ ਤੋਂ ਹੀ ਇਹ ਲਟਕਦਾ ਆ ਰਿਹਾ ਆ, ਉਸ ਦੀ ਗ੍ਰਿਫਤਾਰੀ ਲਈ ਥਾਂ ਛਾਪੇ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਦਿਆਲ ਸਿੰਘ ਕੋਲਿਆਂ ਵਾਲੀ ਦੇ ਉੱਤੇ ਮਾਮਲਾ ਤਾਂ ਜਿਹੜਾ ਜੀ ਉਹ ਦਰਜ ਹੋਇਆ, ਪਰ ਸਰਕਾਰ ਜਿਹੜੀ ਹੈ ਜੀ ਉਹ ਤੁਸੀਂ ਕਹਿ ਲਓ ਕਿ
ਕਿਤੇ ਨਾ ਕਿਤੇ ਰਾਹਤ ਦੇਣ ਦੇ ਚੱਕਰਾਂ 'ਚ ਜੀ ਕਦੀ ਕੁਛ ਕਰ ਲਓ ਜੀ, ਕਦੀ ਕੁਛ ਕਰ ਲਓ, ਜੇ ਲੋੜ ਪਈ ਤਾਂ ਫੜ ਲਿਆ ਜਾਵੇ, ਨਹੀਂ ਤੇ ਛੱਡ ਦਿੱਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੰਬੀ ਦੇ ਵਿੱਚ ਰੈਲੀ ਕਰਨ ਤੋਂ ਪਹਿਲਾਂ ਸਾਬਕਾ ਅਕਾਲੀ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜਿਹੜੀ ਹੈ ਜੀ ਉਹਦੀ ਗ੍ਰਿਫਤਾਰੀ ਹੁਣ ਇਹਦੇ ਵਾਸਤੇ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਵਿਜੀਲੈਂਸ ਅਫਸਰਾਂ ਨੇ ਸਾਬਕਾ ਚੇਅਰਮੈਨ ਕੋਲਿਆਂਵਾਲੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਛਾਪੇ ਜਿਹੜੇ ਆ ਜੀ ਉਹ ਤੇਜ਼ ਕੀਤੇ ਆ। 21 ਸਤੰਬਰ ਤੋਂ ਮੁੜ ਕੇ ਕੋਲਿਆਂਵਾਲੀ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਉਹਨਾਂ ਦੇ ਨੇੜਲਿਆਂ ਦੀ ਘੇਰਾਬੰਦੀ ਸ਼ੁਰੂ ਕੀਤੀ ਹੋਈ ਆ। ਪੰਜਾਬ ਹਰਿਆਣਾ ਹਾਈ ਕੋਰਟ ਨੇ 20 ਅਗਸਤ ਨੂੰ ਕੋਲਿਆਂਵਾਲੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਤੀ ਸੀਗੀ। ਉਸ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਚੁੱਪਚਾਪ ਹੋ ਕੇ ਬਹਿ ਗਏ। ਮੁੱਖ ਮੰਤਰੀ ਹੋਰਾਂ ਨੇ ਹਲਕਾ ਲੰਬੀ ਦੇ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਤਾਂ ਵਿਜੀਲੈਂਸ ਦੀਆਂ ਟੀਮਾਂ ਨੂੰ ਵੀ ਯਾਦ ਆਇਆ ਵੀ ਸੱਚ ਕੋਲਿਆਂਵਾਲੀ ਵੀ ਫੜਨਾ ਸੀ, ਤੇ ਹੁਣ ਜਿਹੜਾ ਜੀ ਉਹਦੇ ਵਾਸਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ। 30 ਜੂਨ 18 ਨੂੰ ਵਿਜੀਲੈਂਸ ਥਾਣਾ ਮੋਹਾਲੀ ਦੇ ਵਿੱਚ ਕੋਲਿਆਂਵਾਲੀ ਦੇ ਵਸੀਲਿਆਂ ਜ਼ਿਆਦਾ ਬੜਾਈ ਹੋਈ ਜਾਇਦਾਦ 1 ਕਰੋੜ ਤੇ 71 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀ ਉਹਦੇ ਸੰਬੰਧੀ ਕੇਸ ਜਿਹੜਾ ਜੀ ਉਹ ਦਰਜ ਕੀਤਾ ਸੀਗਾ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਲੰਬੀ ਰੈਲੀ ਦੇ ਵਿੱਚ ਸਟੇਜ ਤੋਂ ਕਾਂਗਰਸ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਕੋਲਿਆਂਵਾਲੀ ਨੂੰ ਰਵੀ ਸਿੱਧੂ ਵਾਂਗੂ ਜਿਹੜਾ ਸੀਗਾ ਜੀ ਉਹ ਫੜਨ ਦਾ ਐਲਾਨ ਕੀਤਾ ਸੀਗਾ। ਲੰਬੀ ਦੇ ਕਿੱਲਿਆਂਵਾਲੀ ਦੇ ਵਿੱਚ 7 ਅਕਤੂਬਰ ਨੂੰ ਰੈਲੀ ਕਰਨ ਦਾ ਐਲਾਨ ਹੈ। ਵਿਜੀਲੈਂਸ ਇਹਦੇ ਪਿੱਛੇ ਕੋਈ ਸਿਆਸੀ ਸ਼ਕਤੀ ਹੋਣ ਤੋਂ ਨਾ ਕਰਦੀ ਹੈ, ਪਰ ਅਸਲ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਸਮਿਤੀ ਦੀਆਂ ਵੋਟਾਂ ਪੈਣ ਤੋਂ ਬਾਅਦ ਵਿਜੀਲੈਂਸ ਜਿਹੜਾ ਜੀ ਉਹ ਫ੍ਰੀ ਹੋਇਆ। ਹੁਣ ਵਿਜੀਲੈਂਸ ਦੀ ਟੀਮ ਨੇ ਹੁਣ ਛਾਪੇ ਮਾਰਨੇ ਜਿਹੜੇ ਆ ਜੀ ਉਹ ਸ਼ੁਰੂ ਕੀਤੇ ਆ। ਵਿਜੀਲੈਂਸ ਨੇ ਕੋਲਿਆਂਵਾਲੀ ਦੇ ਘਰ, ਉਹਦੀਆਂ 2 ਭੈਣਾਂ ਦੇ ਘਰ, ਪਿੰਡ ਢੋਲੇਵਾਲ, ਮੋਗਾ, ਟੁੱਕਰ ਚੱਕ, ਤਰਨਤਾਰਨ ਦੇ ਵਿੱਚ ਜਿਹੜੇ ਛਾਪੇ ਮਾਰੇ ਆ। ਕੋਲਿਆਂਵਾਲੀ ਦੇ ਰਿਸ਼ਤੇਦਾਰਾਂ ਦੇ ਘਰੇ ਵੀ ਜਿਹੜੇ ਜੀ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਆ ਉਹ ਛਾਪੇਮਾਰੀ ਹੋਈ ਦੱਸੀ ਜਾ ਰਹੀ ਹੈ। ਬਠਿੰਡਾ ਰੇਂਜ ਦੇ ਐਸਐਸਪੀ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਹਾਈ ਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਕੋਲਿਆਂਵਾਲੀ ਨੂੰ ਲੱਭਣ ਦੇ ਵਾਸਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇੱਕਦਮ ਤੇਜ਼ ਕਿਉਂ ਹੋਈ ਹੈ ਇਹਦਾ ਤਾਂ ਨਹੀਂ ਉਹ ਜਵਾਬ ਜਿਹੜਾ ਜੀ ਦਿੰਦੇ। ਔਰ ਕਾਂਗਰਸ ਦੇ ਪ੍ਰਧਾਨ ਜਿਹੜੇ ਆ ਜੀ ਸੁਨੀਲ ਜਾਖੜ ਜੀ ਉਹ ਜ਼ਰੂਰ ਕਹਿੰਦੇ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜਿਹੜੇ ਇਹ ਭ੍ਰਿਸ਼ਟ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ, ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਕੋਲਿਆਂਵਾਲੀ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਤੇਜ਼ ਕੀਤੀ ਗਈ ਹੈ। ਪਰ ਮੇਨ ਇਹਦਾ ਰੀਜ਼ਨ ਇਹੀ ਹੈ ਜੀ ਕਿ ਉੱਥੇ ਜਾ ਕੇ ਜਿਹੜੀ ਰੈਲੀ ਹੋਣੀ ਆ ਉੱਥੇ ਕੀ ਜਵਾਬ ਦੇਣਗੇ ਕਿ ਇੱਥੋਂ ਹੀ ਜਿਹੜਾ ਜੀ ਐਲਾਨ ਕੀਤਾ ਸੀਗਾ ਕਿ ਇਸ ਬੰਦੇ ਨੂੰ ਜਿਹੜਾ ਜ਼ਰੂਰ ਫੜਾਂਗੇ, ਪਰ ਅਜੇ ਤੱਕ ਕੁਝ ਵੀ ਉਹਦਾ ਜਿਹੜਾ ਉਹ ਕੀਤਾ ਨਹੀਂ ਜਾ ਸਕਿਆ ਜੀ। ਬਿਲਕੁਲ, ਤੇ ਉਹ ਸੇਮ ਲੋਕ ਹੁਣੇ ਹੀ ਨਹੀਂ ਬੈਠੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀਗੇ। ਤੇ ਅੱਗੇ ਕਰਦੇ ਹਾਂ, ਪਹਿਲੀ ਸਰਕਾਰ ਵੀ ਕਹਿੰਦੀ ਸੀ ਕਿ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ, ਉੱਥੇ ਨਸ਼ਾ ਹੈ ਨੀਗਾ, ਤੇ ਹੁਣ ਵਾਲੀ ਸਰਕਾਰ ਕਹਿੰਦੀ ਕਿ ਅਸੀਂ ਤੇ ਖਤਮ ਹੀ ਕਰ ਦਿੱਤਾ। ਪਰ ਰੋਜ਼ ਹੀ ਕੋਈ ਨਾ ਕੋਈ ਖਬਰ ਹੁੰਦੀ ਹੈ ਕਿ ਨੌਜਵਾਨ ਓਵਰਡੋਜ਼ ਦੇ ਨਾਲ ਮਰ ਰਹੇ ਆ। ਹੁਣ ਵੀ 2 ਨੌਜਵਾਨਾਂ ਦੀ ਮੌਤ ਹੋਈ ਆ, ਇੱਕ ਦਾ ਤਾਂ ਹਜੇ ਵਿਆਹ ਹੀ ਹੋਇਆ ਸੀ। ਬਿਲਕੁਲ ਜੀ, ਇਹ ਮੌਤਾਂ ਦਾ ਸਿਲਸਿਲਾ ਉਸੇ ਤਰੀਕੇ ਦੇ ਨਾਲ ਜਾਰੀ ਹੈ ਜੀ, ਇਹ ਘਟਿਆ ਨੀਗਾ। ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪਿੰਡ ਪੈਂਦਾ ਜੀ ਸ਼ਹਿਜ਼ਾਦੀ, ਇਹਦੇ ਵਿੱਚ ਇੱਕ ਨਵੇਂ ਵਿਆਹੇ ਜਿਹੜਾ ਨੌਜਵਾਨ ਹੈ ਜੀ ਉਹਦੀ ਮੌਤ ਹੋ ਗਈ। ਇੱਕ ਸਾਡੇ ਪੰਜਾਬ ਦਾ ਮਾੜਾ ਕਲਚਰ ਹੈ ਜੀ ਕਿ ਜੇ ਮੁੰਡਾ ਵਿਗੜਿਆ ਹੋਇਆ ਜਾਂ ਇੱਦਾਂ ਦਾ ਨਸ਼ੇੜੀ ਆ ਤੇ ਇਹ ਅਕਸਰ ਕਿਹਾ ਜਾਂਦਾ ਵੀ ਇਹਦਾ ਵਿਆਹ ਕਰ ਦਿਓ ਆਪੇ ਸੁਧਰ ਜੂਗਾ। ਇੱਕ ਜ਼ਿੰਦਗੀ ਤਾਂ ਜਿਹੜੀ ਹੈ ਜੀ ਉਹ ਪਈ ਹੋਈ ਆ ਜਿਹੜੀ ਦੀ ਮੌਤ ਦੇ ਮੂੰਹ, ਦੂਜੀ ਜ਼ਿੰਦਗੀ ਜਿਹੜੀ ਆ ਉਹ ਵੀ ਮੌਤ ਦੇ ਮੂੰਹ ਪਾ ਦਿੱਤੀ ਜਾਂਦੀ ਆ। ਇਹ ਉਸੇ ਤਰੀਕੇ ਦਾ ਕੇਸ ਜਿਹੜਾ ਜੀ ਸ਼ਹਿਜ਼ਾਦੀ ਪਿੰਡ ਦਾ ਹੈ। ਮੁੰਡੇ ਦਾ ਵਿਆਹ ਕਰਤਾ ਜੀ, ਨਸ਼ਾ ਕਰਦਾ ਸੀਗਾ, ਤੇ 6 ਦਿਨ ਬਾਅਦ ਇਹ 21 ਸਾਲਾਂ ਦਾ ਜਿਹੜਾ ਬੂਟਾ ਸਿੰਘ ਸੀਗਾ ਜੀ ਇਹਦੀ ਡੈਥ ਹੋ ਗਈ। ਔਰ ਪਿੰਡ ਵਾਲੇ ਕਹਿੰਦੇ ਆ ਨਸ਼ਾ ਕਰਨ ਦਾ ਆਦੀ ਸੀਗਾ ਔਰ ਪਿਛਲੇ ਹਫ਼ਤੇ ਹੀ ਉਹਦਾ ਜਿਹੜਾ ਵਿਆਹ ਹੋਇਆ ਸੀਗਾ, ਓਵਰਡੋਜ਼ ਕਰਕੇ ਉਹਦੀ ਹਾਲਤ ਵਿਗੜ ਗਈ, ਹਸਪੀਟਲ ਲਿਜਾਇਆ ਗਿਆ। ਉਦੋਂ ਪਹਿਲਾਂ ਉਹਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ। ਉਹਦੇ ਪਿਓ ਦੇ ਬਿਆਨਾਂ ਦੇ ਉੱਤੇ 2 ਬੰਦਿਆਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਫਲੌਰ ਦੇ ਅਪਰਾ ਦੇ ਅੱਡੇ ਦੇ ਵਿੱਚ ਰਹਿਣ ਵਾਲਾ ਇੱਕ ਜਿਹੜਾ ਸੀਗਾ ਜੀ ਬਹੁਜਨ ਸਮਾਜ ਪਾਰਟੀ ਦਾ ਸੈਕਟਰੀ ਹੈ ਜੀ, ਉਹਦੇ ਭਤੀਜੇ ਰਾਮ ਸਰੂਪ ਮਾਫ ਕਰਨਾ ਜਿਹੜਾ ਜੀ ਉਹਦੀ ਡੈਥ ਜਿਹੜੀ ਉਹ ਹੋਈ ਦੱਸੀ ਜਾ ਰਹੀ ਹੈ ਜੀ, ਜਿਹੜੀ ਓਵਰਡੋਜ਼ ਦੇ ਨਾਲ ਦੂਸਰੀ ਜਿਹੜੀ ਡੈਥ ਹੋਈ ਆ। ਪੰਜਾਬ ਦੇ ਵਿੱਚ ਚਾਹੇ ਓਵਰਡੋਜ਼ ਵਾਲੀਆਂ ਡੈਥ ਨੇ ਜੀ, ਚਾਹੇ ਜਿਹੜੇ ਕਿਸਾਨ ਤੇ ਕਿਸਾਨ ਮਜ਼ਦੂਰ ਦੀ ਜਿਹੜੀਆਂ ਖੁਦਕੁਸ਼ੀਆਂ ਨੇ, ਇਹ 2 ਇਸ ਤਰ੍ਹਾਂ ਦੇ ਜਿਹੜੇ ਜੀ ਸਬਜੈਕਟ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਪਰੇਸ਼ਾਨ ਕੀਤਾ ਜੀ। ਔਰ ਪੰਜਾਬ ਨੂੰ ਨਾ ਸਿਰਫ ਜਿਹੜਾ ਜੀ ਇਸ ਪੱਖੋਂ ਪਰੇਸ਼ਾਨ ਕੀਤਾ ਕਿ ਇਹਦਾ ਹੱਲ ਜਿਹੜਾ ਜੀ ਉਹ ਕੀ ਹੋਊਗਾ। ਬਿਲਕੁਲ ਤੁਸੀਂ ਜਿਵੇਂ ਕਿਹਾ ਜੀ ਕਿ ਪਹਿਲਾਂ ਤਾਂ ਸਰਕਾਰ ਕਹਿੰਦੀ ਸੀ ਹੈ ਹੀ ਨਹੀਂ, ਨਸ਼ਾ ਹੀ ਹੈ ਨੀਗਾ,
ਹੁਣ ਵਾਲੀ ਕਹਿੰਦੀ ਹੈ ਕਿ ਅਸੀਂ ਖਤਮ ਕਰ ਦਿੱਤਾ ਜੀ। ਉਹ ਕਹਿੰਦੇ 90% ਨਸ਼ਾ ਤਾਂ ਜਿਹੜਾ ਜੀ ਉਹ ਖਤਮ ਹੋ ਗਿਆ। ਜੇ 90% ਖਤਮ ਹੋ ਗਿਆ ਤੇ ਇਹ ਜਿਹੜੀਆਂ 2 ਡੈਥ ਰੋਜ਼ ਤਕਰੀਬਨ ਹੋ ਰਹੀਆਂ ਨੇ, ਇਹਨਾਂ ਨੂੰ ਨਸ਼ਾ ਜਿਹੜਾ ਜੀ ਉਹ ਸਪਲਾਈ ਕੌਣ ਕਰਦਾ? ਇਹਨਾਂ ਕੋਲੇ ਸਰਿੰਜਾਂ ਜਿਹੜੀਆਂ ਜੀ ਉਹ ਕਿੱਥੋਂ ਆਉਂਦੀਆਂ ਨੇ? ਕੌਣ ਇਹਨਾਂ ਨੂੰ ਜਿਹੜਾ ਜੀ ਉਹ ਦੇ ਜਾਂਦਾ? ਇਹ ਅਹਿਮ ਸਵਾਲ ਜਿਹੜਾ ਜੀ ਉਹ ਸਾਰਿਆਂ ਦੇ ਮੂਹਰੇ ਖੜਾ ਹੈ। ਔਰ ਰਿਐਲਿਟੀ ਜਿਹੜੀ ਆ ਜੀ ਉਹ ਇਹ ਆ ਕਿ ਨਾ ਜਦੋਂ ਪਿਛਲੀ ਸਰਕਾਰ ਤਾਂ ਮੰਨਦੀ ਹੀ ਨਹੀਂ ਸੀ, ਚਲੋ ਇਹ ਜਿਹੜੀ ਮੰਨਦੀ ਆ ਕਿ ਇੱਥੇ ਜਿਹੜਾ ਜੀ ਨਸ਼ਾ ਸੀਗਾ, ਪਰ ਉਹ ਕਹਿੰਦੇ ਜੀ ਅਸੀਂ ਉਹ ਖਤਮ ਕਰਤਾ, ਲੱਕ ਜਿਹੜਾ ਜੀ ਉਹਦਾ ਤੋੜ ਦਿੱਤਾ। ਇਹ ਲੱਕ ਕਿੱਥੋਂ ਕੁ ਟੁੱਟਿਆ, ਕਿਹੋ ਜਿਹਾ ਸੀਗਾ, ਇਹ ਕੋਈ ਜਵਾਬ ਦੇਣ ਦੇ ਵਾਸਤੇ ਤਿਆਰ ਨਹੀਂ। ਮਰਦੇ ਤਾਂ ਲੋਕਾਂ ਦੇ ਪੁੱਤ ਆ ਨਾ, ਉਹਨਾਂ ਨੇ ਕਿਉਂ ਜਵਾਬ ਦੇਣਾ? ਤਾਂ ਅਖੀਰ ਦੇ ਵਿੱਚ ਆਪਾਂ ਮਹਾਰਾਣੀ ਦੀ ਗੱਲ ਕਰਦੇ ਹਾਂ। ਉਸ ਦਾ ਪਹਿਲਾ ਗਾਰਡ ਸੀ ਉਹ ਕੋਕੇਨ ਦੇ ਵਿੱਚ ਫਸਿਆ। ਦੇਖੋ ਜੀ, ਇਹ ਬੜੀ ਜਿਹੜੀ ਜੀ ਇਹ ਉਸੇ ਤਰ੍ਹਾਂ ਦੀ ਹੀ ਗੱਲ ਹੈ ਕਿ ਕਿੱਥੋਂ ਤੱਕ ਜਿਹੜਾ ਜੀ ਇਹ ਸਾਰਾ ਕੁਛ ਪਹੁੰਚ ਚੁੱਕਿਆ ਹੋਇਆ। ਜਿਹੜੀ ਬ੍ਰਿਟਨ ਦੀ ਮਹਾਰਾਣੀ ਐਲਿਜ਼ਬeth ਦੋਇਨ ਜਿਹੜੀ ਹੈ ਜੀ, ਉਹਦੇ ਬਰਥਡੇ ਦੇ ਮੌਕੇ ਦੇ ਉੱਤੇ ਕੱਢੀ ਜਾਣ ਵਾਲੀ ਸਾਲਾਨਾ ਪਰੇਡ ਦੇ ਵਿੱਚ ਪਹਿਲੀ ਵਾਰੀ ਸਿਰ ਦੇ ਉੱਤੇ ਦਸਤਾਰ ਸਜਾ ਕੇ ਇਤਿਹਾਸ ਦੇ ਵਿੱਚ ਨਾਂ ਸਿਰਜਣ ਵਾਲਾ 22 ਸਾਲਾ ਸਿੱਖ ਸਿਪਾਹੀ ਚਰਨਪ੍ਰੀਤ ਸਿੰਘ ਲਾਲ, ਉਹ ਇੱਕ ਵਿਵਾਦ ਦੇ ਵਿੱਚ ਹੁਣ ਜਿਹੜਾ ਜੀ ਉਹ ਘਿਰ ਗਿਆ। ਉਹਨੂੰ ਕੋਕੀਨ ਲੈਣ ਦਾ ਦੋਸ਼ੀ ਜਿਹੜਾ ਜੀ ਉਹ ਪਾਇਆ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਦੋਸ਼ ਸਾਬਤ ਹੋਣ ਤੇ ਉਹਨੂੰ ਸੁਰੱਖਿਆ ਗਾਰਡ ਦੀ ਆਪਣੀ ਵਰਦੀ ਗਵਾਉਣੀ ਪੈ ਸਕਦੀ ਹੈ। ਚਰਨਪ੍ਰੀਤ ਸਿੰਘ ਲਾਲ ਜੂਨ ਮਹੀਨੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦੇ ਉੱਤੇ ਛਾ ਗਿਆ ਸੀਗਾ, ਜਦੋਂ ਟੂਪਿੰਗ ਦੀ ਕਲਰ ਸੈਰੇਮਨੀ ਦੇ ਵਿੱਚ ਉਹਦੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਜਿਹੜਾ ਜੀ ਉਹ ਸ਼ਾਮਲ ਹੋਇਆ ਸੀਗਾ। ਐਕਚੁਅਲੀ ਕਿਉਂਕਿ ਜਿਹੜੀ ਮਹਾਰਾਣੀ ਦੇ ਉੱਥੇ ਗਾਰਡ ਨੇ ਜੀ, ਉਹਨਾਂ ਨੂੰ ਇੱਕ ਵਿਸ਼ੇਸ਼ ਕਿਸਮ ਦੀ ਟੋਪੀ ਲੈਣੀ ਪੈਂਦੀ ਆ, ਪਰ ਚਰਨਪ੍ਰੀਤ ਸਿੰਘ ਲਾਲ ਜਿਹੜਾ ਸੀਗਾ ਜੀ ਉਹ ਟੋਪੀ ਤੋਂ ਰਹਿਤ ਇੱਕ ਪੱਗ ਦੇ ਨਾਲ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਹੋਇਆ ਸੀ, ਜਿਹਦੇ ਕਰਕੇ ਉਹਨੇ ਸੁਰਖੀਆਂ ਬਟੋਰੀਆਂ। ਪਿਛਲੇ ਹਫ਼ਤੇ ਚਰਨਪ੍ਰੀਤ ਦੀ ਬੈਰਕ ਦੇ ਵਿੱਚ ਜਿਹੜਾ ਇੱਕ ਰੈਂਡਮ ਡਰੱਗ ਟੈਸਟ ਜਿਹੜਾ ਜੀ ਬਿਨਾਂ ਦੱਸੇ ਤੋਂ ਜਿਹੜਾ ਕੀਤਾ ਜਾਂਦਾ, ਡੋਪ ਟੈਸਟ ਜਿਹੜਾ ਜੀ ਉਹ ਕੀਤਾ ਗਿਆ, ਔਰ ਇਸ ਸਿੱਖ ਸਿਪਾਹੀ ਦੇ ਨਮੂਨੇ ਜਿਹੜੇ ਸੀ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਦੇ ਖੂਨ ਦੇ ਵਿੱਚ ਕੋਕੀਨ ਜਿਹੜੀ ਆ ਉਹ ਪਾਈ ਗਈ। ਔਰ ਸੁਰੱਖਿਆ ਗਾਰਡ ਜਿਹੜੀ ਆ ਜੀ ਉਹ ਚਰਨਜੀਤ ਸਿੰਘ ਲਾਲ ਦੇ ਬਾਰੇ 'ਚ ਕਹਿੰਦੇ ਆ ਕਿ ਉਹ ਬੈਰਕਾਂ ਦੇ ਵਿੱਚ ਅਕਸਰ ਖੁੱਲ੍ਹੇਆਮ ਜਿਹੜੀ ਜੀ ਉਹ ਗੱਲਬਾਤ ਕਰਦਾ ਸੀਗਾ ਕੋਕੀਨ ਦੇ ਬਾਰੇ ਦੇ ਵਿੱਚ। ਗਾਰਡ ਜਿਹੜੀ ਆ ਉਹ ਪੈਲਸ ਦੇ ਵਿੱਚ ਜਨਤਕ ਸੇਵਾਵਾਂ ਨਿਭਾਉਂਦੀ ਹੈ, ਔਰ ਇਹ ਆਖਿਆ ਗਿਆ ਜੀ ਇਸ ਰਿਪੋਰਟ ਦੇ ਵਿੱਚ ਕਿ ਇਹ ਬਹੁਤ ਅਫਸੋਸਨਾਕ ਹੈ। ਚਰਨਜੀਤ ਸਿੰਘ ਲਾਲ ਵੈਸੇ ਇਕੱਲਾ ਨਹੀਂ ਗਾ, 2 ਹੋਰ ਜਿਹੜੇ ਆ ਜੀ ਉਹਨਾਂ ਦੇ ਵੀ ਇਹ ਜਿਹੜੇ ਟੈਸਟ ਹੈ ਜੀ ਇਹ ਪੋਜ਼ਿਟਿਵ ਆਇਆ। 3 ਜਾਣਿਆਂ ਦਾ ਟੈਸਟ ਜਿਹੜਾ ਜੀ ਉਹ ਪੋਜ਼ਿਟਿਵ ਜਿਹੜਾ ਜੀ ਉਹ ਆਇਆ। ਜਿਹੜਾ ਚਰਨਜੀਤ ਸਿੰਘ ਲਾਲ ਹੈ ਜੀ ਇਹ ਬਹੁਤ ਛੋਟੇ ਹੁੰਦਿਆਂ ਜਿਹੜਾ ਜੀ ਚਲੇ ਗਿਆ ਸੀਗਾ ਇੰਗਲੈਂਡ ਦੇ ਵਿੱਚ। 2016 ਦੇ ਵਿੱਚ ਬ੍ਰਿਟਿਸ਼ ਫੌਜ ਦਾ ਉਹ ਹਿੱਸਾ ਬਣਿਆ ਸੀਗਾ। ਔਰ ਮਹਾਰਾਣੀ ਐਲਿਜ਼ਬeth ਜਿਹੜੀ ਹੈ ਜੀ ਉਹਦੇ 92ਵੇਂ ਜਨਮ ਦਿਨ ਦੇ ਮੌਕੇ ਦੇ ਉੱਤੇ ਕੱਢੀ ਜਾਂਦੀ ਜਿਹੜੀ ਟਰੂਪਿੰਗ ਦੀ ਕਲਰ ਜਿਹੜੀ ਰਸਮ ਹੈ ਸੈਰੇਮਨੀ, ਉਹਦੇ ਦੌਰਾਨ ਉਹ ਸਾਲਾਨਾ ਪਰੇਡ ਦੇ ਵਿੱਚ ਦਸਤਾਰ ਸਜਾ ਕੇ ਸ਼ਾਮਲ ਹੋਇਆ ਸੀ, ਔਰ ਪਹਿਲਾ ਉਹ ਸਿਪਾਹੀ ਸੀਗਾ ਜੀ ਜਿਹੜਾ ਇਸ ਗਾਰਡ ਦੇ ਅਹੁਦੇ ਤੱਕ ਪਹੁੰਚਿਆ। ਪਰ ਇਹਦੇ ਨਾਲ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਜਿਹੜੀਆਂ ਹੁਣ ਉਹਨੇ ਸੁਰਖੀਆਂ ਬਟੋਰੀਆਂ ਨੇ ਇਹ ਟੋਟਲੀ ਨੈਗੇਟਿਵ ਤੌਰ ਦੇ ਉੱਤੇ ਬਟੋਰੀਆਂ ਨੇ, ਜਦੋਂ ਕਿ ਪਹਿਲੀਆਂ ਸੁਰਖੀਆਂ ਦੇ ਨਾਲ ਉਹਨੇ ਜਿਹੜਾ ਜੀ ਉਹ ਮਾਣ ਹਾਸਲ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।